कैथोलिक कलीसिया की मसीही तालीम क्या है, जानेंगे इनको और भी करीब से। हमारा खास कार्यक्रम कैटेकिज्म ऑफ द कैथोलिक चर्च में। स्टार्ट। अवश्य प्रार्थना करिए। प्यारे प्रभु जी, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਮਹਿਮਾ ਕਰਦੇ ਹਾਂ। ਤੇਰੀ ਰੋਸ਼ਨੀ ਨਾਲ ਸਾਨੂੰ ਭਰਪੂਰ ਕਰ। ਪਿਆਰੇ ਪ੍ਰਭੂ, ਤੇਰੇ ਪ੍ਰਗਟਾਵਾ ਨੂੰ ਸਹੀ ਤਰੀਕੇ ਦੇ ਨਾਲ ਸਮਝਣ ਦੇ ਲਈ ਸਾਡੇ 'ਤੇ ਦਇਆ ਕਰੋ। ਅੱਜ ਤੇਰੇ ਵਚਨ ਸੁਣਨ ਵਾਲੇ ਸਭ ਲੋਕਾਂ ਨੂੰ ਪ੍ਰਭੂ ਜੀ ਆਪਣੇ ਫਸਲ ਦੇ ਨਾਲ ਭਰਪੂਰ ਕਰ। ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪਿਆਰਿਓ, ਅਸੀਂ ਪਰਮੇਸ਼ਰ ਦੇ ਪ੍ਰਗਟਾਵਾ ਇਹਦੇ ਬਾਰੇ ਸੋਚ ਰਹੇ ਹਾਂ। ਪਰਮੇਸ਼ਰ ਦੇ ਪ੍ਰਗਟਾਵਾ ਅਸੀਂ ਇਹ ਵੇਖਿਆ, ਉਸਨੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਕੋਈ ਉਸ ਨੂੰ ਖੋਜ ਕੇ ਨਿਕਾਲ ਨਹੀਂ ਸਕਦਾ ਹੈ, ਕਿਉਂਕਿ ਅਸੀਂ ਸਭ ਬਹੁਤ ਥੋੜ੍ਹੇ ਛੋਟੇ ਨੇ। ਪਰਮੇਸ਼ਰ ਆਪਣੇ ਆਪ ਨੂੰ ਹਮੇਸ਼ਾ ਨਾ ਬਦਲ ਕੇ ਰਹਿਣ ਵਾਲੀ ਪਰਮੇਸ਼ਰ ਕਹਿੰਦਾ ਹੈ। ਪਰ ਉਹਦੇ ਨਾਲ ਮੂਸਾ ਨੂੰ ਜਦੋਂ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਇਹ ਜੋ ਖੂਬੀ ਹੈ ਨਾ ਬਦਲਣ ਵਾਲੀ ਪਰਮੇਸ਼ਵਰ, ਇਸ ਦਾ ਦੂਸਰਾ ਸ਼ਬਦ ਹੈ ਵਫਾਦਾਰੀ ਵਿੱਚ ਰਹਿਣ ਵਾਲਾ ਪਰਮੇਸ਼ਵਰ। तो परमेश्वर वफादार रहता है, वो बदलता नहीं है, ना वो बदलता है ना वो अपने वजन ਨੂੰ बदलता है। तो जे प्रभु ने साढ़े ते वायदा किया है तो वो पूरा करेगा। प्रभु ने जेकर दसिया कि मैं तुहाडा परमेश्वर हाँ, तो फिर वो साड़ा परमेश्वर रहेगा, वो नहीं बदलेगा। मतलब वो सानू परे नहीं सुटेगा, ਭਾਵੇਂ ਅਸੀਂ ਉਹਨੂੰ ਬਦਲਤਾ ਹੈ। ਅਸੀਂ ਹੋਰ ਚੀਜ਼ਾਂ ਨੂੰ ਪਰਮੇਸ਼ਵਰ ਸਮਝ ਕੇ ਉਹਨਾਂ ਦੇ ਮਗਰ ਤੁਰਦਾ ਹੈ, ਜੋ ਕੁਛ ਵੀ ਨਹੀਂ ਹੈ। तो परमेश्वर जो ਜੇਕਰ ਇਸੇ ਤਰ੍ਹਾਂ ਰਹਿਣ ਵਾਲਾ ਹੈ, ਨਾ ਬਦਲਣ ਵਾਲਾ ਹੈ, ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹਾਂ। ਜੇਕਰ ਕਿਸੇ ਉੱਤੇ ਭਰੋਸਾ ਰੱਖ ਸਕਦਾ ਹੈ तो ये प्रभु उत्ते भरोसा रख सकता है, क्योंकि वो ना बदलने वाला है। इसी करके वो है सच्चाई। गॉड इज ट्रूथ। सच्चाई है, गॉड सच्चा है, सच्चाई है। ਅਤੇ ਇਹ ਸੱਚਾਈ ਇਨਸਾਨ ਉੱਤੇ ਉਹ ਪ੍ਰਗਟ ਕਰਦਾ ਹੈ ਕਿ ਸੱਚਾਈ ਪਰਮੇਸ਼ਵਰ ਦੀ ਸੱਚਾਈ ਨੂੰ ਜਦੋਂ ਇਨਸਾਨ ਨੂੰ ਸਮਝ ਮੇ ਆਉਂਦਾ ਹੈ, ਉਹ ਉਸ ਦੇ ਨਾਲ ਜੁੜ ਜਾਵੇਗਾ। ਫਿਰ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦਾ। ਤੁਹਾਨੂੰ ਤਮਜ਼ੀਲ ਯਾਦ ਆਵੇਗਾ, ਪ੍ਰਭੂ ਕਿਹਾ ਹੈ, ਜਿਸ ਵਪਾਰੀ ਨੇ ਜੋ ਬਹੁਤ ਮੁੱਲ ਵਾਲੀ ਮੋਤੀ ਨੂੰ ਜਦੋਂ ਲੱਭਿਆ, ਉਹ ਸਾਰਾ ਕੁਝ ਵੇਚ ਕੇ ਉਸ ਨੂੰ ਉਹ ਖਰੀਦ ਲਿਆ ਹੈ। मतलब खुदा जो सच्चाई है वो ਇਹੋ ਜਿਹਾ सच्चाई है जो ਉਸਨੂੰ ਅਸੀਂ ਇੱਕ ਵਾਰ ਪਕੜ ਲਿਆ ਹੈ तो बाकी कोई चीज़ ਦੀ ਸਾਨੂੰ ਲੋੜ ਹੀ नहीं ਪੈਂਦਾ है, क्योंकि वो सच्चा है, सच्चाई है। इसी करके ਅਸੀਂ अपना भरोसा उस ਤੇ ਰੱਖ ਸਕਦੇ ਹਾਂ। ਜਦੋਂ ਪ੍ਰਭੂ ਸਾਡੇ ਨਾਲ ਵਾਅਦਾ ਕਰਦਾ ਹੈ, ਮੈਂ ਤੈਨੂੰ ਬਚਾਵਾਂਗਾ, ਤੂੰ ਡਰਨਾ ਨਹੀਂ, ਅਸੀਂ ਕਿਉਂ ਡਰਦੇ? ਜਦੋਂ ਸਾਡੇ ਜ਼ਿੰਦਗੀ ਦੇ ਹਾਲਾਤ ਦੇ ਵਿੱਚ ਕੁਝ ਮੁਸ਼ਕਿਲਾਂ ਆਉਂਦਾ ਹੈ, ਮੁਸ਼ਕਿਲ ਦੀ ਘੜੀ ਆਉਂਦਾ ਹੈ, ਉਸ ਵੇਲੇ ਅਸੀਂ ਕਿਉਂ ਘਬਰਾਉਂਦੇ ਕਿ ਸਾਡਾ ਪਰਮੇਸ਼ਵਰ ਵਫਾਦਾਰ ਨਹੀਂ ਹੈ, ਕਿ ਉਹਦੇ ਕੋਲ ਸ਼ਕਤੀ ਨਹੀਂ ਹੈ। ਪਰ ਉਸ ਦੀ ਸ਼ਕਤੀ ਨੂੰ, ਉਸ ਦੀ ਸੱਚਾਈ ਨੂੰ ਪਹਿਚਾਨਣ ਵਾਲਾ ਇਨਸਾਨ ਉਹ ਨਾ ਘਬਰਾਏਗਾ। ਅਸੀਂ ਪਹਿਚਾਨਤਾ ਨਹੀਂ ਹੈ, ਅਸੀਂ ਫਿਰ ਸ਼ੱਕ ਕਰਦਾ ਹੈ, ਜਿਸ ਤਰ੍ਹਾਂ ਇਸਰਾਏਲੀਆਂ ਨੇ ਬਾਰ-ਬਾਰ ਕੀਤਾ ਸੀ। ਪ੍ਰਭੂ ਨੇ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਹਮਣੇ ਪ੍ਰਗਟ ਕੀਤਾ, ਫਿਰ ਵੀ ਜਲਦੀ ਹੀ ਉਹ ਉਸ ਨੂੰ ਭੁੱਲ ਕੇ ਹੋਰ ਚੀਜ਼ਾਂ ਦੇ ਮਗਰ ਚੱਲਣਗੇ।
ਇਹ ਉਸ ਸਮੇਂ ਦੇ ਇਸਰਾਏਲੀਆਂ ਦੀ ਇਕੱਲੇ ਗੱਲ ਨਹੀਂ ਹੈ। ਅਸੀਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬੁਲਾਇਆ ਹੈ, ਚੁਣਿਆ ਹੈ, ਆਪਣੇ ਪੁੱਤਰ ਨੂੰ ਸਾਡੇ 'ਤੇ ਪ੍ਰਗਟ ਕੀਤਾ ਹੈ ਅਤੇ ਉਸ ਪੁੱਤਰ ਨੇ ਪਿਤਾ ਨੂੰ ਸਾਡੇ 'ਤੇ ਪ੍ਰਗਟ ਕੀਤਾ ਹੈ। ਉਸੇ ਪੁੱਤਰ ਨੇ ਆਪਣੇ ਆਤਮਾ, ਪਰਮੇਸ਼ਵਰ ਦੀ ਆਤਮਾ, ਪਿਆਰ ਦੀ ਆਤਮਾ ਸਾਡੇ 'ਤੇ ਪ੍ਰਗਟ ਕੀਤਾ ਹੈ। ਪਰਮੇਸ਼ਵਰ ਦੀ ਉਹ ਸੱਚਾਈ ਸਾਡੇ 'ਤੇ ਖੋਲ੍ਹ ਕੇ ਦਿੱਤਾ ਹੈ। ਉਹ ਪਰਮੇਸ਼ਵਰ ਵਫਾਦਾਰ ਰਹਿਣ ਵਾਲਾ ਹੈ। ਪੁਰਾਣੇ ਸਮੇਂ ਤੋਂ ਲੈ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਨਾਲ ਰਹਿਣ ਵਾਲਾ ਹੈ। ਫਿਰ ਵੀ ਅਸੀਂ ਉਸ ਨੂੰ ਭੁੱਲ ਕੇ, ਉਸ ਨੂੰ ਤਿਆਗ ਕੇ ਹੋਰ ਚੀਜ਼ਾਂ ਦੇ ਮਗਰ ਚੱਲ ਜਾਂਦੇ ਹੈ। ਇਸੇ ਤਰ੍ਹਾਂ ਸਾਡਾ ਨਾਸ਼ ਹੁੰਦਾ ਹੈ। ਯਰਮੀਆ ਨਬੀ ਦੇ ਰਾਹੀਂ ਪ੍ਰਭੂ ਨੇ ਇਹ ਦੱਸਿਆ, ਇਹ ਆਪਣੇ ਲਈ ਮਟਕਾ ਲੈ ਕੇ ਰੱਖਦਾ ਹੈ ਜਿਹਦੇ ਵਿੱਚ ਛੇਦ ਹੈ ਅਤੇ ਪਾਣੀ ਘਲੋ ਨਹੀਂ ਸਕਦਾ ਹੈ। ਅਤੇ ਸਾਡਾ ਪਰਮੇਸ਼ਵਰ ਸੱਚਾ ਹੈ ਅਤੇ ਜੋ ਉਹ ਵਚਨ ਕਹਿੰਦਾ ਹੈ ਉਹ ਸੱਚ ਹੈ। ਤਾਂ ਜੋ ਪ੍ਰਭੂ ਨੇ ਵਚਨ ਸਾਡੇ 'ਤੇ ਪ੍ਰਗਟ ਕਰਕੇ, ਪਵਿੱਤਰ ਬਾਈਬਲ, ਪ੍ਰਭੂ ਦਾ ਵਚਨ ਜੋ ਸਾਨੂੰ ਦਿੱਤਾ ਹੈ ਉਹ ਸੱਚਾ ਹੈ। ਉਸ ਦੇ ਅਰਥ ਸਮੇਂ ਜਿਸ ਤਰੀਕੇ ਦੇ ਨਾਲ ਸਾਨੂੰ ਚਾਹੀਦਾ ਹੈ, ਪ੍ਰਭੂ ਉਸ ਦਾ ਮਤਲਬ ਸਾਡੇ 'ਤੇ ਪ੍ਰਗਟ ਕਰਾਏਗਾ। ਅਤੇ ਪਰਮੇਸ਼ਵਰ ਦੀ ਸੱਚਾਈ ਨੂੰ ਜਾਣਨਾ ਹੈ ਤਾਂ ਪਵਿੱਤਰ ਵਚਨ ਨੂੰ ਪੜ੍ਹਨਾ ਚਾਹੀਦਾ। ਹਾਂ, ਪਵਿੱਤਰ ਵਚਨ ਦੇ ਬਾਰੇ ਜਦੋਂ ਅਸੀਂ ਵੇਖਦਾ ਹੈ, ਅਸੀਂ ਇਹ ਵੀ ਵੇਖਿਆ ਕਿ ਪ੍ਰਭੂ ਨੇ ਜੋ ਕੁਝ ਵੀ ਇਸੇ ਤਰ੍ਹਾਂ ਪ੍ਰਗਟ ਕੀਤਾ ਹੈ, ਇਨਸਾਨ ਦੇ ਜ਼ਰੀਏ ਲਿਖਤੀ ਰੂਪ ਦੇ ਵਿੱਚ ਰੱਖਾ ਹੈ ਕਿ ਪਵਿੱਤਰ ਆਤਮਾ ਹੈ ਇਸ ਨੂੰ ਲਿਖਣ ਵਾਲਾ, तो भी पवित्र आत्मा कमज़ोर इंसान ਨੂੰ इस्तेमाल करके लिखता है। तो वो नांदे जो तौर तरीका है उसके मुताबिक इंसान लिखा है ਅਤੇ कई लोगों के राही लिखा गया है। इसी करके ऐसा नहीं है कि कोई एक एडिटर बैठ के पूरा शुरू तो लेके आखिर तक सारा देखे बना देता है। इको एडिटर है, वो है पवित्र आत्मा। उसी ने आ सारा कुछ किया है। पर जो इंसान की जो खूबियाँ हैं उसी ने भी इस्तेमाल करके ही उसने लिखा है। परमेश्वर की ये सच्चाई ਨੂੰ ਜਦੋਂ ਅਸੀਂ समझते ਹਾਂ, ਅਸੀਂ ये भी याद करेगा परमेश्वर कितना महान है, उसकी ज्ञान कितना ज़्यादा है, उसका विस्डम, उसने कितने अद्भुत काम किया है। मतलब शुरू तो लेके आखिर तक जो कुछ होना है आखिर दे विच वो सब भलाई ते पहुँचाउण लई प्रभु ने सारे योजनावां बनाया हुआ है। उसकी जो समझ जो है कितना महान है। जेड़े राह असी सोचता नहीं उसे राह ते प्रभु सानू ले चलेगा, क्योंकि वही साडे लई भलाई दा रास्ता है। वो परमेश्वर की ज्ञान है, समझ है। साड़ी ना समझी दे कारण प्रभु दे राह असी समझता नहीं तो असी उस तो भटकन लई कोशिश करता है। परमेश्वर जिसने सारे संसार बनाया है, आकाश ते धरती, जो कहता पूरा स्वर्ग ते धरती, जो दिखाई देने वालियां चीज़ां हन अते दिखाई ना देने वालियां चीज़ां, इन्हां सब नूं बनाउण वाला उसदे समझ देखो, उसदे सर्वव्यापी परमेश्वर किस तरीके दे नाल उसने सारा कुछ नूं सही जगह हर चीज़ नूं दिता है। तो ये सब भेद है जो इंसान ठीक तरीके दे नाल नहीं समझ पाएंगे। तो जदों प्रभु अपने आप नूं प्रगट करता है, वो ना कुछ ज़्यादा बोलता है ना कुछ कम बोलता है। जदों असी अपने आप नूं दूसरे ते प्रगट करन लई अपने बारे कुछ दस्सण लई कोशिश करेगा तो असी की करेगा, असी अपने आप नूं जो असी है उस तो ज़्यादा कुछ असी दिखाउण लई कोशिश करेगा, क्योंकि लोगों ने इंप्रेस करना है। जदों इंटरव्यू वास्ते जाएगा किदां असी कहता है मैं आ करूँगा ये करूँगा सारा कुछ। पर परमेश्वर सच्चा है तो वो जो कहता है वही सच है, वो ना ज़्यादा बोलता है ना घट। इस करके असी उस उत्ते भरोसा रख सकते हैं। अते उसने सारा कुछ संभालन वाला सब कुछ उहदे हथ विच है। उसी ने ही ये रास्ता लभिया है
गिरे हुए इंसान ਨੂੰ ਬਚਾਉਣ ਦਾ ਰਾਸਤਾ ਪਰਮੇਸ਼ਵਰ ਨੇ ਉਸੇ ਘੜੀ ਬਣਾਇਆ ਜਦੋਂ ਆਦਮ ਨੇ ਪਾਪ ਕੀਤਾ। ਇਸੇ ਕਰਕੇ ਉਤਪत्ति ਦੇ ਗ੍ਰੰਥ ਵਿੱਚ ਹੀ ਇਹ ਕਹੇਗਾ ਕਿ ਇਹ ਔਰਤ ਦੀ ਸੰਤਾਨ ਇਹ ਸੱਪ ਦੀ ਸਿਰ ਪਾੜੇਗਾ। ਪਰਮੇਸ਼ਵਰ ਜੋ ਵਾਅਦਿਆਂ ਦੇ ਵਿੱਚ ਸੱਚਾ ਹੈ ਉਹ ਆਪਣੇ ਪੁੱਤਰ ਨੂੰ ਇੱਕ ਔਰਤ ਤੋਂ ਜਨਮ ਲੈ ਕੇ ਇਸ ਸੰਸਾਰ ਦੇ ਵਿੱਚ ਆਉਣ ਲਈ ਘੱਲ ਦਿੱਤਾ। ਉਸਨੇ ਕੁਆਰੀ ਮਰੀਮ ਤੋਂ ਜਨਮ ਲੈ ਕੇ ਪਾਪ ਦੀ ਸੱਪ ਦੀ ਜੋ ਚਲਾਕੀ ਦੇ ਉੱਪਰ ਜਿੱਤ ਪਾਇਆ, ਮੌਤ ਤੇ ਜਿੱਤ ਪਾਇਆ। ਪਰਮੇਸ਼ਰ ਵਾਅਦਿਆਂ ਦਾ ਸੱਚਾ ਹੈ। ਇਸੇ ਕਰਕੇ ਤੇ ਅਸੀਂ ਮਾਂ ਮਰੀਮ ਨੂੰ ਅਤੇ ਪ੍ਰਭੂ ਯੀਸ਼ੂ ਨੂੰ ਇਸੇ ਤਰ੍ਹਾਂ ਵੇਖਦੇ ਹਾਂ। ਇਹ ਉਹ ਔਰਤ ਹੈ ਜਿਸ ਦੇ ਪੁੱਤਰ ਨੇ ਸ਼ੈਤਾਨ ਉੱਤੇ ਜਿੱਤ ਪਾਈ ਹੈ। ਸੱਪ ਦੇ ਉੱਤੇ ਉਹ ਸੱਪ ਜਿਸ ਨੇ ਆਦੀ ਮਾਤਾ ਨੂੰ ਫਸਾਇਆ, ਉਸ ਦੇ ਸਿਰ ਪਾੜਨ ਵਾਲੀ ਮਾਂ ਹੈ ਕੁਆਰੀ ਮਰੀਮ, ਜਿਸ ਤੋਂ ਪਰਮੇਸ਼ਵਰ ਨੇ ਮਾਨਵ ਜਨਮ ਲੈ ਕੇ ਸਾਨੂੰ ਫਿਰ ਦੁਬਾਰਾ ਆਪਣੀ ਉਸ ਸੱਚਾਈ की तरफ ਬੁਲਾਉਂਦਾ ਹੈ। ਪਰਮੇਸ਼ਵਰ ਦੀ ਵਫਾਦਾਰੀ ਉਸ ਦੇ ਨਾਲ ਨਾਲ ਇਹ ਪਰਮੇਸ਼ਵਰ ਦੀ ਪਿਆਰ ਦੀ ਵੀ ਪ੍ਰਗਟਾਵਾ। ਅੱਜ ਅਸੀਂ ਜਿਸ ਤਰੀਕੇ ਦੇ ਨਾਲ ਜਿਤਨਾ ਅਸੀਂ ਸੋਚਿਆ ਹੈ ਪਰਮੇਸ਼ਵਰ ਸੱਚਾ ਹੈ ਅਤੇ ਵਫਾਦਾਰ ਰਹਿਣ ਵਾਲਾ ਹੈ, ਨਾ ਬਦਲਣ ਵਾਲਾ ਹੈ ਅਤੇ ਉਸ ਦੀ ਜੋ ਸਮਝ ਔਰ ਉਸ ਦੀ ਜੋ ਗਿਆਨ ਹੈ ਇਹ ਸਾਡੇ ਦਿਮਾਗ ਦੇ ਵਿੱਚ ਸਮਾਰਨ ਵਾਲੀ ਚੀਜ਼ ਨਹੀਂ ਹੈ। ਅਸੀਂ ਨਾ ਇਸ ਧਰਤੀ ਵਾਲੀਆਂ ਚੀਜ਼ਾਂ ਨੂੰ ਸਮਝ ਸਕਦੇ ਹਾਂ ਤੇ ਸੁਰਗ ਦੀਆਂ ਚੀਜ਼ਾਂ ਨੂੰ ਕਿੱਦਾਂ ਸਮਝ ਸਕਦੇ। ਇਸੇ ਕਰਕੇ ਇਸ ਨੂੰ ਇਹ ਮਹਾਨ ਭੇਦ ਕਹਿੰਦਾ ਹੈ। ਪਰ ਇਸ ਦੇ ਬਾਰੇ ਅਸੀਂ ਸਮਝ ਸਕਦਾ ਹੈ ਜਿੱਥੋਂ ਦਾ ਪ੍ਰਭੂ ਨੇ ਸਾਨੂੰ ਸਮਝਾਉਂਦਾ ਹੈ, ਜਿਹਦੇ ਲਈ ਉਸਨੇ ਸਾਨੂੰ ਦਿਮਾਗ ਦਿੱਤਾ ਹੈ। ਤੇ ਇਸੇ ਕਰਕੇ ਆਪਣੇ ਦਿਮਾਗ ਨੂੰ ਇਸਤੇਮਾਲ ਕਰਨਾ, ਖੁਦਾ ਦੇ ਬਾਰੇ ਸੋਚਣ ਦੇ ਲਈ ਇਸਤੇਮਾਲ ਕਰਨਾ ਹੈ। ਤੇ ਪਰਮੇਸ਼ਵਰ ਦੀ ਜੋ ਅਦਭੁਤ ਜੋ ਸ਼ਕਤੀ ਹੈ, ਦਿਮਾਗ ਹੈ, ਜੋ ਸਮਝ ਹੈ, ਇਹ ਸਾਡੀ ਸਮਝ ਤੋਂ ਪਰਾ ਹੈ। ਸੰਤ ਪੌਲੁਸ ਸਾਨੂੰ ਦੱਸੇਗਾ ਜੋ ਦੂਸਰਿਆਂ ਦੇ ਲਈ ਜੋ ਮੁੱਠਦਾ ਹੈ ਉਸੇ ਚੀਜ਼ ਨੂੰ ਪਰਮੇਸ਼ਵਰ ਨੇ ਸਾਡੇ ਲਈ ਮੁਕਤੀ ਦਾ ਸਾਧਨ ਬਣਾਇਆ। ਮਤਲਬ ਸਾਡੀ ਮੁਕਤੀ ਸੂਲੀ ਉੱਤੇ ਟੰਗੇ ਹੋਏ ਉਸ ਪ੍ਰਭੂ ਯीशु ਦੇ ਰਾਹੀਂ ਹੋਇਆ। तो ये किस तरह हो सकता है? ये मूर्खता लोग समझता है, ये समझना मुश्किल है। तो परमेश्वर की अद्भुत जो शक्ति है, उसकी जो समझ है, उसकी जो रास्ता है, कौन समझ सकता है? जेड़े राह असी सोच भी नहीं सकता, शैतान ने कभी सोचा नहीं। उन्हें सोचा सी कि असी इन्हों मार डालेगा तो ख़त्म हो गया, पर परमेश्वर ने उसे चीज़ ਨੂੰ इस्तेमाल करके सारे मानव जाति ਨੂੰ शैतान ਦੀ कब्जे ਵਿੱਚੋਂ ਛੁਡਾਉਂਦਾ ਹੈ। सलीब ਹੁਣ ਸਾਡੇ ਲਈ मुक्ति ਦਾ चिन्ह बना है, साधन बना है। तो जिस तरीके के नाल इंसान सोचता नहीं, उसी तरह नहीं परमेश्वर हर चीज़ ਨੂੰ संभाल के रखता है। ਅਸੀਂ प्रभु ਦਾ ਧੰਨਵਾਦ ਕਰੀਏ ਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥੀ ਸੌਂਪ ਦਈਏ। ਭਾਵੇਂ ਸਾਨੂੰ ਕਈ ਗੱਲਾਂ ਸਮਝ ਨਹੀਂ ਆਉਂਦਾ ਹੈ, ਅਸੀਂ ਇਹ ਸਮਝਦੇ ਹਾਂ ਕਿ ਪਰਮੇਸ਼ਵਰ ਸਭ ਕੁਝ ਸਮਝਦਾ ਹੈ। ਸਾਡੀ ਜ਼ਿੰਦਗੀ ਦੀ ਹਰ ਗੱਲ ਨੂੰ ਅਸੀਂ ਸ਼ਾਇਦ ਨਹੀਂ ਸਮਝ ਪਾएंगे, ਪਰ ਇਤਨਾ ਅਸੀਂ ਜ਼ਰੂਰ ਸਮਝ ਸਕਦੇ ਹਾਂ ਕਿ ਪ੍ਰਭੂ ਸਾਡੀਆਂ ਹਰ ਗੱਲ ਨੂੰ ਸਮਝਦਾ ਹੈ ਅਤੇ ਜੋ ਸਾਡੀ ਭਲਾਈ ਵਾਸਤੇ ਹੈ ਉਹ ਕਰੇਗਾ, ਉਹ ਹੋਣੇ ਦੂੰਗਾ ਜੇਕਰ ਅਸੀਂ ਆਪਣੇ ਆਪ ਨੂੰ ਉਸਦੇ ਹੱਥੀ ਸੌਂਪਣ ਦੇ ਲਈ ਤਿਆਰ ਹੈ। ਪਿੱਛੇ ਜਿਸ ਤਰ੍ਹਾਂ ਅਸੀਂ ਸੋਚਿਆ ਹਲੀਮੀ ਦੇ ਨਾਲ ਜੋ ਪ੍ਰਭੂ ਦੇ ਚਰਨਾਂ ਦੇ ਵਿੱਚ ਡਿੱਗਦਾ ਹੈ, ਪਰਮੇਸ਼ਵਰ ਉਹਨੂੰ ਕਦੀ ਵਾਪਸ ਨਹੀਂ ਘੱਲੇਗਾ। ਉਹ ਕਿਤਨੇ ਵੀ ਗਰੀਬ ਹੋਣ, ਕਿਤਨੇ ਵੀ ਭਾਵੀ ਹੋਣ, ਕਿਤਨੇ ਵੀ ਮਾੜਾ ਹੋਣ, ਪਰਮੇਸ਼ਵਰ ਉਸ ਨੂੰ ਸਵੀਕਾਰ ਕਰੇਗਾ। ਸਾਡੀ ਕਮਜ਼ੋਰੀ ਦੇ ਵਿੱਚ ਸੰਤ ਪੌਲੁਸ ਸਾਨੂੰ ਇਸ ਕਰਕੇ ਸਿਖਾਇਆ, ਪਰਮੇਸ਼ਵਰ ਦੀ ਸ਼ਕਤੀ
ਸਾਡੀ ਕਮਜ਼ੋਰੀ ਦੇ ਵਿੱਚ ਪ੍ਰਗਟ ਹੁੰਦਾ ਹੈ। तो साढ़े योग्यता देखे नहीं, क्योंकि साढ़े विच कोई योग्यता नहीं है, क्योंकि परमेश्वर सच्चा है। उसने जो सानू बनाया है, अपने लिए बनाया है, वो हर हालत विच अपनाना चाहुंदा है। भावें शैतान ने सानू प्रभु तो छीन के अपने नरक दे विच सानू ले जाना चाहुंदा है, पर परमेश्वर वफादारी दे विच चल के हर हालत दे विचों सानू बचाउण लई कोशिश करते रहिंदा है। इसी करके असीं प्रभु दा धन्नवाद करिए। आओ असीं प्रार्थना करिए। प्रभु जी, असीं तेरा धन्नवाद करदे हां, तेरे शुक्र करदे हां, तेरी अपार दया दे लई धन्नवाद करदे हां। तू जो सच्चा है अते सच्चाई साडे ते प्रगट करदा है, इस सच्चाई नूं पूर्ण तौर ते समझण दे लई प्रभु जी साडे दिमाग खोल दे, साडे बुद्धि दे विच अपनी रोशनी फसल पा दे, ताकि असीं इन्हां गल्लां नूं समझ सकन। प्रभु जी, असीं तेरी वडियाई, तेरी महिमा करदे हां, असीं तेरा धन्नवाद करदे हां। अज तेरे वचन सुनन वाले सब लोकां नूं प्यारे प्रभु तेरे नाल अपने दिल ते दिमाग जोड़ के रखण दी फसल दे। साडे जिंदगी दी हालत असीं नहीं समझता है, तो भी असीं इतना समझते हाँ कि तू साडी हालतां नूं समझदा है अते उस नूं साडी भलाई लई मोड़न वाला, बदलन वाला है। असीं तेरे ते भरोसा रखदे हां। प्यारे प्रभु सब लोकां नूं आशीर्वाद दे जो तेरे वचन सुनदा है। बीमार, परेशान, दुखी लोग तेरी आनंद दया दे कारण वो हिम्मत प्राप्त करन, उन्हां दे दुख परेशानी दूर हो जान। तेरे पवित्र लहू प्रभु यीशु उन्हां दे उत्ते छिड़क दो, तेरे पाक हाथ नाल उन्हां नूं छू के चंगा कर लो। प्रभु जी तेरी आराधना, तेरी वडियाई, तेरी महिमा करदे हां। हालेलुया, हालेलुया, हालेलुया। पूरी कुदरत वाले खुदा बाप अते बेटे ते रूह पाक ते आशीष तुहाडे ते होवे। आमीन। जय यीशु की।